हाँ जी डियर स्टूडेंट्स वेलकम फिर तो हाज़र हाँ एक होर वीडियो दे नाल। अपनी टर्म बन की तैयारी चल रही है। आपां रिवाइज़ कर रहे हैं लैसनस नूं उन्हां दे जिहड़े भी MCQ बेस्ड क्वेश्चन आंसर्स ने। सो अज दे वीडियो दे विच असीं फोकस कर रहे हैं दो लैसनां ते तुहाडी मेन कोर्स बुक दे लैसन नंबर 3rd एंड 4th। 3rd है सीक्रेट ऑफ हैप्पीनैस। ਉਹਦੇ MCQs ਦੇਖਾਂਗੇ, क्वेश्चनस ਦੇਖਾਂਗੇ ਤੇ ਉਹਦੇ ਨਾਲ ਹੀ ਆਪਾਂ ਦੇਖਾਂਗੇ ਆ ਗਿਫਟ ਫॉर ਕ੍ਰਿਸਮਸ ਦੇ ਵੀ। ਠੀਕ, ਸੋ ਇਹ ਵੀਡੀਓ ਖਾਸ ਆ ਕਲਾਸ 10th ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਟੂਡੈਂਟਸ ਲਈ। ਸੋ ਆਪਣੀ ਰਿਵੀਜ਼ਨ ਚਾਲੂ ਆ ਤੇ ਮੇਨ ਕੋਰਸ ਬੁੱਕ ਦੇ ਵੀ ਦੂਸਰੇ ਦੋਨੋਂ ਲੈਸਨ ਅਪਲੋਡ ਕੀਤੇ ਜਾ ਚੁੱਕੇ ਨੇ। ਸੈਪਲੀਮੈਂਟਰੀ ਦੇ ਤਿੰਨੋਂ ਅਪਲੋਡ ਕੀਤੇ ਜਾ ਚੁੱਕੇ, ਪੋਇਮਸ ਵੀ ਅਪਲੋਡ ਕੀਤੀਆਂ ਜਾ ਚੁੱਕੀਆਂ ਨੇ। ਸੋ ਬੁੱਕ ਵਰਕ ਆ ਜਿਹੜਾ ਆਲਮੋਸਟ ਡਨ ਆ। ਸੋ ਅਗਰ ਤੁਸੀਂ ਉਹ ਵੀਡੀਓਜ਼ ਨਹੀਂ ਦੇਖੀਆਂ ਉਹਨਾਂ ਨੂੰ ਵੀ ਜ਼ਰੂਰ ਦੇਖੋ ਤੇ ਆ ਜਾਓ ਅੱਜ ਆਪਾਂ ਹੁਣ ਇਹ ਦੋ ਲੈਸਨ ਕਰਦੇ ਹਾਂ ਰਿਵਾਈਜ਼ ਬੇਟਾ। ਹਾਂਜੀ ਬੇਟਾ, ਫਸਟ ਕੁਐਸਚਨ ਆ 3rd ਲੈਸਨ ਸੀਕ੍ਰੇਟ ਆਫ ਹੈਪੀਨੈਸ ਦਾ। ਦ ਗ੍ਰੇਟੈਸਟ ਡੇ ਇਨ ਐਨ ਇੰਡੀਵਿਜੂਅਲਸ ਲਾਈਫ ਇਜ਼ ਦ ਡੇ ਵੈਨ ਹੀ ਬਿਗਨਸ ਟੂ ਗੈਟ। ਕਿਸੇ ਵਿਅਕਤੀ ਦੇ ਜੀਵਨ ਦੇ ਵਿੱਚ ਉਹ ਦਿਨ ਕਿਹੜਾ ਮਹਾਨ ਦਿਨ ਹੁੰਦਾ ਜਿੱਦਣ ਉਹਨੂੰ ਸਟਾਰਟ ਹੁੰਦਾ ਕਿ ਆਪਦੀ ਸੈਲਫ ਰਿਲਾਈਜੇਸ਼ਨ ਹੁੰਦੀ, ਆਪਣੀ ਤਾਕਤ ਦੇ ਬਾਰੇ ਪਤਾ ਲੱਗਦਾ। ਸੋ ਇਸ ਦਾ ਕਰੈਕਟ ਆਂਸਰ ਆ ਆਪਸ਼ਨ ਏ ਸੈਲਫ ਰਿਲਾਈਜੇਸ਼ਨ। ਠੀਕ ਹੈ। ਸੋ ਨੈਕਸਟ ਵਨ ਹੈ ਜੀ ਦ ਐਨਰਜੀਜ਼ ਆਫ ਮੈਨ। ਠੀਕ, ਹੈਜ਼ ਬੀਨ ਰਿਟਨ ਬਾਏ ਆ, ਇਹ ਬੁੱਕ ਦਾ ਨਾਮ ਆ ਔਰ ਪੁੱਛਿਆ ਜਾ ਰਿਹਾ ਵੀ ਕਿਹਨੇ ਲਿਖੀ ਹੈ, ਨੇਮ ਪੁੱਛਿਆ ਜਾ ਰਿਹਾ। ਸਾਨੂੰ 3-4 ਨੇਮ ਅਵੇਲੇਬਲ ਹੋਏ ਨੇ। ਸੋ ਇਹਦਾ ਆਪਸ਼ਨ ਸੀ ਵਿਲੀਅਮ ਜੇਮਸ ਇਜ਼ ਅ ਕਰੈਕਟ ਆਂਸਰ ਬੇਟਾ। ਨੈਕਸਟ ਵਨ ਐਨ ਐਵਰੇਜ ਮੈਨ ਯੂਜ਼। ਐਵਰੇਜ ਮੈਨ ਆ ਜਿਹੜਾ ਇੱਕ ਆਮ ਆਦਮੀ ਆ ਉਹ ਆਪਣੇ ਬ੍ਰੇਨ ਪਾਵਰ ਦਾ ਕਿੰਨਾ % ਯੂਜ਼ ਕਰਦਾ? 20%। ਇਹ ਕੁਐਸਚਨ ਬਹੁਤ ਵਾਰ ਆਉਂਦਾ। ਸੋ ਇਹਦਾ ਕਰੈਕਟ ਆਂਸਰ ਹੈ ਬੇਟਾ ਸੀ। ਕੁਐਸਚਨ ਨੰਬਰ 4 ਇਫ ਆਈ ਕੁਡ ਪ੍ਰੀਚ ਓਨਲੀ ਵੰਸ ਵਾਜ਼। ਇਹ ਕੀ ਚੀਜ਼ ਆ? ਇਹ ਵੋਲੀਅਮ ਆਫ ਸਰਮਨਸ ਆ, ਉਪਦੇਸ਼ਾਂ ਦਾ ਇੱਕ ਕਿਤਾਬ ਆ ਜਿੱਦਾਂ ਆਪਾਂ ਕਹਾਂਗੇ ਵੋਲੀਅਮ ਆਫ ਸਰਮਨਸ। ਸੋ ਆਪਸ਼ਨ ਏ ਇਜ਼ ਰਾਈਟ ਆਂਸਰ। ਕੁਐਸਚਨ ਨੰਬਰ 5 ਵਿਚ ਇਜ਼ ਦਾ ਮੋਸਟ ਕਾਮਨ ਐਨਮੀ ਆਫ ਮੈਨ। ਆਮ ਮਨੁੱਖ ਦਾ ਇੱਕ ਆਮ ਜਿਹੜਾ ਹੈਗਾ ਗਾ ਦੁਸ਼ਮਣ ਕੌਣ ਆ? ਫੀਅਰ। ਸੋ ਇਸ ਦਾ ਵੀ ਆਂਸਰ ਹੈ ਬੇਟਾ ਏ। ਨੈਕਸਟ ਵਨ 6th ਵਨ ਅ ਫੀਅਰ ਇਜ਼ ਅ ਸਿਮਿਲਰ ਟੂ। ਡਰ ਕਿਹਦੇ ਤਰ੍ਹਾਂ ਦਾ? ਗੋਸਟ, ਭੂਤ ਦੇ ਵਰਗਾ ਹੀ ਹੁੰਦਾ ਹੈਗਾ। ਸੋ ਇਸ ਦਾ ਵੀ ਆਂਸਰ ਏ ਹੈ ਬੇਟਾ। ਲਓ ਜੀ 7th ਵਨ ਚੱਲੋ। Once in a lonely cabin in North Woods, the author heard some noises. He flung open the door, expecting to see the gangsters with machine guns. So is the correct answer option A है बेटा। लो जी हुण देखो next one who is a great Japani preacher and social worker। ਇੱਥੇ ਲੈਸਨ ਦੇ ਵਿੱਚ ਜਿਹਦਾ ਜ਼ਿਕਰ ਹੋਇਆ ਖੰਘਾਵਾ। ਸੋ ਇਸ ਦਾ ਹੈਗਾ ਸੈਕਿੰਡ ਆਂਸਰ ਬੀ ਇਜ਼ ਦਾ ਕਰੈਕਟ ਆਂਸਰ KAGAWA। ਠੀਕ ਹੈ। ਕੁਐਸਚਨ ਨੰਬਰ 9 ਵਾਟ ਡਿਡ ਦਾ ਆਥਰ ਆਫ ਸੀਕ੍ਰੇਟ ਆਫ ਹੈਪੀਨੈਸ ਫਾਈਂਡ ਵੈਨ ਹੀ ਫਲੰਕ ਓਪਨ ਅ ਡੋਰ। ਆਪਾਂ ਉੱਪਰ ਗੱਲ ਨਾਰਥ ਵੁੱਡਸ ਦੀ ਗੱਲ ਹੋਈ ਸੀ, ਕਈ ਵਾਰ ਉੱਦਾਂ ਵੀ ਕੁਐਸਚਨ ਘੁਮਾ ਕੇ ਪੁੱਛ ਰਹਿੰਦੇ ਨੇ ਕਿੱਥੇ ਬੈਠਾ ਸੀ। ਸੋ ਨਾਰਥ ਵੁੱਡਸ ਆਊਗਾ ਹੈ ਨਾ। ਫਿਰ ਉਹਨਾਂ ਨੇ ਗੱਲ ਕੀਤੀ ਵੀ ਡੋਰ ਜਦੋਂ ਉਹਨੇ ਓਪਨ ਕੀਤਾ ਕੀ ਚੀਜ਼ ਲੱਭੀ ਉਹਨੂੰ, ਕੀ ਦੇਖਿਆ? ਇੱਕ ਕੀ ਸੀ? ਗਲਹਿਰੀ ਸੀ ਹੈ ਨਾ। ਸੋ ਇਸ ਦਾ ਆਂਸਰ ਹੈ ਕਰੈਕਟ ਆਂਸਰ ਹੈ ਆਪਸ਼ਨ ਬੀ ਆ ਚਿੰਪ ਮੰਕ। ਠੀਕ, ਸੋ ਗਲਹਿਰੀ ਨੂੰ ਕੀ ਕਹਿੰਦੇ? ਚਿੰਪ ਮੰਕ। ਕੁਐਸਚਨ ਨੰਬਰ 10 ਅ ਸੈਂਸ ਆਫ ਪੀਸ ਐਂਡ ਪੋਇਸ ਕੈਨ ਬੀ ਅਚੀਵਡ ਬਾਏ ਇਮਰਸਿੰਗ। ਇਮਰਸ ਹੁੰਦਾ ਗਾ ਬੇਟਾ ਵਰਡ ਦਾ ਮਤਲਬ ਕਿਸੇ ਚੀਜ਼ ਨੂੰ, ਕਿਸੇ ਵਸਤੂ ਨੂੰ ਕਿਸੇ ਲਿਕੁਇਡ ਦੇ ਵਿੱਚ ਡੋਬਣਾ। ਵਨ ਸੈਲਫ ਇਨ ਦਾ ਗ੍ਰੇਸ ਆਫ ਮੀਨਸ ਇੱਥੇ ਕੀ ਆਉਣਾ? ਸਾਨੂੰ ਪੀਸ ਕਦੋਂ ਮਿਲ ਸਕਦੀ? ਜੇ ਅਸੀਂ ਆਪਣੇ ਆਪ ਨੂੰ ਪਰਮਾਤਮਾ ਦੇ ਵਿੱਚ, ਪਰਮਾਤਮਾ ਦੀ ਰਜ਼ਾ ਦੇ ਵਿੱਚ ਡੋਬ ਦਿੰਦੇ ਹਾਂ। ਸੋ ਇੱਥੇ ਗੋਡ ਆਂਸਰ ਆਉਣਾ ਬੇਟਾ। ਸੋ ਏ ਇਜ਼ ਕਰੈਕਟ ਆਂਸਰ। ਕੁਐਸਚਨ ਨੰਬਰ 11 ਸੀਕ੍ਰੇਟ ਆਫ ਹੈਪੀਨੈਸ ਇਜ਼ ਰਿਟਨ ਬਾਏ। ਹੁਣ ਇੱਥੇ ਰਾਈਟਰ ਦਾ ਨਾਮ ਪੁੱਛਿਆ ਜਾ ਰਿਹਾ ਹੈ। ਮੈਂ ਹਮੇਸ਼ਾ ਕਹਿੰਦੀ ਹਾਂ ਜਿੰਨੀਆਂ ਪੋਇਮਸ ਨੇ ਤੁਹਾਡੀਆਂ, ਜਿੰਨੇ ਤੁਹਾਡੇ ਹੈਗੇ ਨੇ ਚੈਪਟਰ, ਉਹਨਾਂ ਦੇ ਰਾਈਟਰਸ ਦੇ ਨਾਮ ਤੁਹਾਨੂੰ ਜ਼ਰੂਰ ਪਤਾ ਹੋਣੇ ਚਾਹੀਦੇ ਨੇ ਕਿ ਕਿਹਨੇ ਲਿਖਿਆ। ਸੋ ਹੁਣ ਇਸ ਰਾਈਟਰ ਦੀ ਗੱਲ ਹੋ ਰਹੀ ਹੈ, ਇਸ ਲੈਸਨ ਦੀ ਗੱਲ ਹੋ ਰਹੀ ਹੈ। ਸੋ ਇਸ ਦਾ ਆਂਸਰ ਹੈ ਸੀ ਨੋਰਮਨ ਵਿੰਸੈਂਟ ਫਲੇ। ਸੋ ਸੀ ਇਜ਼ ਅ ਕਰੈਕਟ ਆਂਸਰ। ਕੁਐਸਚਨ ਨੰਬਰ 12 ਹੂ ਸ਼ੁੱਡ ਹੈਵ ਅਨਸ਼ੇਕੇਬਲ ਫੇਥ ਇਨ। ਬੀ ਸ਼ੁੱਡ ਹੈਵ, ਸਾਨੂੰ ਦਾ ਵਿਸ਼ਵਾਸ
ਨਾ ਟੁੱਟਣਯੋਗ ਵਿਸ਼ਵਾਸ ਹੋਣਾ ਚਾਹੀਦਾ ਕੀ ਤੇ ਪਰਮਾਤਮਾ ਸੇ। ਸੋ ਇਸ ਦਾ ਆਨਸਰ ਹੈ ਗੋਡ, ਆਪਸ਼ਨ ਏ। Question number 13. What is there in the personality of every man? ਹਰ ਬੰਦੇ ਦੀ ਸ਼ਖਸੀਅਤ ਦੇ ਵਿੱਚ ਕੀ ਚੀਜ਼ ਪਈ ਹੁੰਦੀ ਹੈ? A great storehouse of unused energy. ਸਾਡੇ ਵਿੱਚ ਇੱਕ ਮਤਲਬ ਕਹਿ ਸਕਦੇ ਹਾਂ ਸਟੋਰ એનર્ਜੀ ਪਈ ਆ ਜਿਹਨੂੰ ਅਸੀਂ ਵਰਤਿਆ ਹੀ ਨਹੀਂ, ਅਨਯੂਜ਼ਡ એનર્ਜੀ। ਸੋ ਇਸ ਦਾ ਆਪਸ਼ਨ ਸੀ ਇਜ਼ ਦਾ ਕਰੈਕਟ ਆਨਸਰ। ਕੁਐਸਚਨ ਨੰਬਰ 14. ਹਾਊ ਕੈਨ ਵੀਕ ਪਰਸਨੈਲਿਟੀ ਬਿਕਮ ਸਟਰੋਂਗ? ਇੱਕ ਕਮਜ਼ੋਰ ਸ਼ਖਸੀਅਤ ਵਾਲਾ ਬੰਦਾ ਕਿਵੇਂ ਸਟਰੋਂਗ ਬਣ ਸਕਦਾ? ਬਾਈ ਯੂਜ਼ਿੰਗ ਦੇਅਰ ਅਨਯੂਜ਼ਡ ਪਾਵਰ। ਜਿਹੜੀ ਪਰਮਾਤਮਾ ਨੇ ਉਹਦੇ ਅੰਦਰ ਇੱਕ ਪਾਵਰ ਰੱਖੀ ਹੈ ਕਿ ਉਹ ਕੁਝ ਵੀ ਕਰ ਸਕਦਾ, ਜਿੰਨੀ ਦੇਰ ਉਹਨੂੰ ਰਿਲਾਈਜ਼ ਨਹੀਂ ਕਰਦਾ ਅਤੇ ਉਹਨੂੰ ਯੂਜ਼ ਨਹੀਂ ਕਰਦਾ, ਉਹ ਸਟਰੋਂਗ ਨਹੀਂ ਬਣ ਸਕਦਾ। ਸੋ ਸਟਰੋਂਗ ਬਣਨ ਲਈ ਉਹਨੂੰ ਯੂਜ਼ ਕਰਨਾ ਜ਼ਰੂਰੀ ਹੈ। ਸੋ ਆਨਸਰ is option B. Question number 15. Which illustration was used by the professor of psychology? ਹੁਣ illustration means ਉਦਾਹਰਨ। ਕਿਹੜੀ ਉਦਾਹਰਨ ਦੇ ਕੇ ਸਾਈਕੋਲੋਜੀ ਦੇ ਪ੍ਰੋਫੈਸਰ ਨੇ ਸਮਝਾਇਆ ਸੀ? ਬਰਨਿੰਗ ਗਲਾਸ ਦੀ ਐਗਜ਼ਾਮਪਲ ਦਿੱਤੀ ਸੀ ਉਹਨਾਂ ਨੇ ਕਿ ਬਰਨਿੰਗ ਗਲਾਸ ਦੇਖੋ, ਉਹੀ ਸੂਰਜ ਦੀ ਰੋਸ਼ਨੀ, ਉਹੀ ਕਾਗਜ਼ ਆ, ਸਾਰਾ ਦਿਨ ਸੂਰਜ ਦੀ ਰੋਸ਼ਨੀ 'ਚ ਪਿਆ ਰਹੇ ਪਰ ਉਹਨੂੰ ਅੱਗ ਨਹੀਂ ਲੱਗਦੀ। ਪਰ ਜਦੋਂ ਅਸੀਂ ਬਰਨਿੰਗ ਗਲਾਸ ਦੇ ਥਰੂ ਉੱਤੇ ਸੂਰਜ ਦੀਆਂ ਕਿਰਨਾਂ ਪਾਉਂਦੇ ਹਾਂ ਕੌਨਸਨਟਰੇਟ ਕਰਕੇ, ਤਾਂ ਉਹਨੂੰ ਅੱਗ ਲੱਗ ਜਾਂਦੀ ਆ। ਇੰਨੀ ਐਨਰਜੀ ਹੁੰਦੀ ਹੈ ਜੇ ਉਹਨੂੰ ਆਪਾਂ ਸਹੀ ਦਿਸ਼ਾ ਦੇ ਵਿੱਚ ਕੌਨਸਨਟਰੇਟ ਕਰਕੇ ਲਗਾਈਏ। ਸੋ ਇਸ ਦਾ ਆਨਸਰ ਹੈ ਸੀ। ਵਾਟ ਇਨਥਰਲਡ। ਹੁਣ ਇਹ ਵਰਡ ਹੈ ਇਨਥਰਲਡ, ਮੀਨਸ ਮੰਤਰ ਮੁਕਤ ਹੋ ਜਾਣਾ, ਕਿਸੇ ਨੂੰ ਆਪਣੇ ਬਸ ਵਿੱਚ ਕਰ ਲੈਣਾ। ਦ ਸਟੂਡੈਂਟ ਇਨ ਦਾ ਸਾਈਕੋਲੋਜੀ ਕਲਾਸ। ਕਿਹੜੀ ਚੀਜ਼ ਨੇ ਸਟੂਡੈਂਟਸ ਨੂੰ ਮੰਤਰ ਮੁਕਤ ਕਰ ਲਿਆ ਸਾਈਕੋਲੋਜੀ ਦੀ ਕਲਾਸ ਵਿੱਚ? ਆਪਸ਼ਨਾਂ ਦੇ ਵਿੱਚੋਂ ਜਦੋਂ ਅਸੀਂ ਸਾਰੀਆਂ ਆਪਸ਼ਨਾਂ ਨੂੰ ਧਿਆਨ ਨਾਲ ਪੜ੍ਹਾਂਗੇ ਤਾਂ ਸਾਨੂੰ ਪਤਾ ਲੱਗੂ ਕਿ ਆਪਸ਼ਨ ਬੀ, ਹੀ ਲਰਨਡ ਦਾ ਕਾਜ਼ ਆਫ ਹਿਜ਼ ਓਨ ਫੇਲੀਅਰ। ਇਸ ਚੀਜ਼ ਨੇ ਉਹਨਾਂ ਨੂੰ ਮੰਤਰ ਮੁਕਤ ਕਰਤਾ ਕਿ ਉਹਨਾਂ ਦੀ ਜਿਹੜੀ ਫੇਲੀਅਰ ਦੇ ਵਿੱਚ ਕੀ ਕਾਰਨ ਆ, ਉਹਨਾਂ ਦੀ ਆਪਦਾ ਹੀ ਆ, ਆਪ ਹੀ ਉਹ ਨੇ ਉਹਦਾ ਰੀਜ਼ਨ, ਹੋਰ ਕੋਈ ਚੀਜ਼ ਨਹੀਂ। ਸੋ ਬੀ ਇਜ਼ ਦਾ ਕਰੈਕਟ ਆਨਸਰ। ਵੰਸ ਦਾ ਆਥਰ ਵਾਜ਼ ਅਲੋਨ ਇਨ ਦਾ ਕੈਬਿਨ। ਮੈਂ ਹੁਣੇ ਤੁਹਾਨੂੰ ਕਿਹਾ ਸੀ ਵੀ ਕਈ ਵਾਰ ਘੁਮਾ ਕੇ ਪੁੱਛ ਲੈਂਦੇ ਨਾ, ਆ ਗਿਆ ਨਾਰਥ ਵੁੱਡਸ। ਕਿੱਥੇ ਬੈਠਾ ਸੀ ਉਹ ਕੈਬਨ ਦੇ ਵਿੱਚ ਅਲੋਨ? ਉਹ ਸੀ ਨਾਰਥ ਵੁੱਡਸ। ਸੋ ਇਸ ਦਾ ਆਨਸਰ ਵੀ ਆਪਸ਼ਨ ਬੀ ਹੈ ਬੇਟਾ। ਹੂ ਡਿਕਲੇਅਰਡ ਟੂ ਗਿਵ ਅ ਸਰਮਨ ਅਗੇਂਸਟ ਫੀਅਰ। ਕਿਹਨੂੰ ਚੂਜ਼ ਕੀਤਾ ਗਿਆ ਡਰ ਦੇ ਖਿਲਾਫ ਕੀ ਕਰਨ ਲਈ? ਉਪਦੇਸ਼ ਦੇਣ ਲਈ ਜਾਂ ਭਾਸ਼ਣ ਦੇਣ ਲਈ। ਸੋ ਇਸ ਦਾ ਆਨਸਰ ਹੈ ਬੇਟਾ ਏ, ਗਿਲਬਰਟ ਚੇਸਟਰਟਨ। ਠੀਕ, ਲਓ ਜੀ। ਸੋ ਨੈਕਸਟ ਵਨ ਹੈ ਇਨ ਗੋਡ ਗਿਵਸ ਅਸ ਰੀਅਲ ਪੀਸ ਆਫ ਮਾਈਂਡ। ਕਿੱਥੋਂ ਮਿਲਦਾ? ਫੇਥ। ਜੇ ਅਸੀਂ ਪਰਮਾਤਮਾ 'ਤੇ ਵਿਸ਼ਵਾਸ ਰੱਖਦੇ ਹਾਂ ਫਿਰ ਹੀ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ। ਸੋ ਇਸ ਦਾ ਆਨਸਰ ਵੀ ਆਪਸ਼ਨ ਏ ਆ ਬੇਟਾ। 20th ਕੁਐਸਚਨ ਆ ਗਿਆ, ਦ ਐਂਟਨਮ ਆਫ ਡਿਸਟਰੋਏ ਇਜ਼ ਕ੍ਰੀਏਟ। ਡਿਸਟਰੋਏ ਮੀਨਸ ਤਬਾਹ ਕਰ ਦੇਣਾ, ਉਹਦਾ ਵਿਰੋਧੀ ਸ਼ਬਦ ਆ ਕ੍ਰੀਏਟ, ਕੋਈ ਚੀਜ਼ ਨੂੰ ਸਿਰਜਣਾ। ਸਿਮਿਲਰਲੀ ਦ ਐਂਟਨਮ ਆਫ ਇਗਨੋਰੈਂਸ ਇਜ਼। ਹੁਣ ਉਹਨਾਂ ਨੇ ਪੁੱਛਿਆ ਇਗਨੋਰੈਂਸ, ਅਗਿਆਨਤਾ ਦਾ ਵਿਰੋਧੀ ਸ਼ਬਦ ਕੀ ਹੈ? ਸੋ ਨੌਲੇਜ ਹੈ। ਇਸ ਦਾ ਆਨਸਰ ਹੈ ਬੀ। ਠੀਕ, ਆਪਸ਼ਨ ਬੀ। ਸੋ ਇਹ ਹੋ ਗਿਆ ਸਾਡਾ 3rd ਲੈਸਨ। ਚਲੋ ਹੁਣ ਆਪਾਂ 4th ਲੈਸਨ ਵੱਲ ਚੱਲਦੇ ਹਾਂ। ਹਾਂਜੀ ਬੇਟਾ, ਇਹ ਹੈ ਸਾਡਾ 4th ਲੈਸਨ, ਆ ਗਿਫਟ ਫॉर ਕ੍ਰਿਸਮਸ। ਸੋ ਹੁਣ ਆਪਾਂ ਇਹਦੇ ਕੁਐਸਚਨਸ ਦੇਖਦੇ ਹਾਂ, ਸਮਝਦੇ ਹਾਂ ਔਰ ਕਰਦੇ ਹਾਂ। ਫਸਟ ਕੁਐਸਚਨ ਆ, ਹਾਊ ਮੈਨੀ ਟਾਈਮਸ ਡਿਡ ਡੈਲਾ ਕਾਊਂਟ ਹਰ ਸੇਵਡ ਅਮਾਊਂਟ। ਡੈਲਾ ਨੇ ਜਿਹੜਾ ਆਪਦਾ ਪੈਸੇ ਸੇਵ ਕੀਤੇ ਹੋਏ ਸੀ ਕਿੰਨੀ ਵਾਰ ਗਿਣੇ? 3 ਟਾਈਮਸ, 3 ਵਾਰ ਗਿਣੇ। ਸੋ ਬੀ ਆਪਸ਼ਨ ਇਜ਼ ਦਾ ਰਾਈਟ ਆਨਸਰ। ਕੁਐਸਚਨ ਨੰਬਰ 2, ਵਟ ਵੁੱਡ ਵੀ ਦਾ ਨੈਕਸਟ ਡੇ। ਅਗਲੇ ਦਿਨ ਕੀ ਸੀ? ਕ੍ਰਿਸਮਸ ਸੀ। ਸੋ ਨੈਕਸਟ ਡੇ ਸੀ ਕੀ ਸੀ? ਕ੍ਰਿਸਮਸ। ਸੋ ਇਹਦਾ ਆਪਸ਼ਨ ਸੀ ਆਨਸਰ ਹੈ ਬੇਟਾ। ਨੈਕਸਟ ਵਨ ਹੈ, ਡੈਲਾ ਸੋਲਡ ਹਰ ਹੇਅਰ ਫॉर ਡੈਸ਼ ਡਾਲਰਸ। ਡੈਲਾ ਨੇ ਆਪਣੇ ਹੇਅਰਸ ਕਿੰਨੇ ਡਾਲਰਸ ਲਈ ਵੇਚਤੇ? $20। ਸੋ ਇਸ ਦਾ ਵੀ ਆਨਸਰ ਹੈ ਆਪਸ਼ਨ ਸੀ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਟਰੂ। ਕਿਹੜੀ ਸਟੇਟਮੈਂਟ ਆ ਜਿਹੜੀ ਟਰੂ ਨਹੀਂ ਹੈਗੀ? ਸੋ ਸਾਰੀਆਂ ਆਪਸ਼ਨਸ ਨੂੰ ਧਿਆਨ ਨਾਲ ਪੜ੍ਹਨਾ। ਫਸਟ ਹੈ, ਡੈਲਾਜ਼ ਹਾਊਸ ਸ਼ੋਡ ਸਾਈਨਸ ਆਫ ਪਾਵਰਟੀ। ਡੈਲਾ ਦਾ ਜਿਹੜਾ ਘਰ ਦੇ ਵਿੱਚ ਗਰੀਬੀ ਦੇ ਚਿੰਨ੍ਹ ਪਏ ਸੀ, ਹਾਂ ਹੈਗੇ ਸੀ। ਸੈਕਿੰਡ ਵਨ, ਦਾ ਪ੍ਰਾਊਡ ਪੋਸੈਸ਼ਨ ਆਫ ਜਿਮ ਵਾਸ ਹਿਜ਼ ਗੋਲਡ ਵਾਚ। ਜਿਹੜਾ ਜਿਮ ਦੇ ਕੋਲੇ ਉਹਦਾ ਪ੍ਰਾਊਡ ਪੋਸੈਸ਼ਨ ਕੀ ਸੀ? ਓਨਲੀ ਗੋਲਡ ਵਾਚ ਸੀ, ਇਹ ਵੀ ਸਹੀ ਆ। ਡੈਲਾ ਸੋਲਡ ਹਰ ਹੇਅਰ, ਇਹ ਵੀ ਸਹੀ ਆ। ਫੋਰਥ ਵਨ, ਡੈਲਾ ਸੋਲਡ ਹਰ ਹੇਅਰ ਟੂ ਬਾਏ ਅ ਸੈਟ ਆਫ ਕੋਮਸ। ਡੈਲਾ ਨੇ ਆਪਣੇ ਹੇਅਰ ਸੈਟ ਆਫ ਕੋਮਸ ਖਰੀਦਣ ਲਈ ਵੇਚਦੇ ਸੀ, ਕੰਘੀਆਂ ਖਰੀਦਣ ਲਈ ਵੇਚੇ ਸੀ ਲੋਕ। ਉਹਨੇ ਵਾਚ ਜਿਹੜੀ ਗੋਲਡ ਦੀ ਵਾਚ ਸੀ ਜਿਮ ਦੀ, ਉਹਦੇ ਲਈ
ਚੇਨ ਖਰੀਦਣ ਲਈ ਵੇਚੀ ਸੀ। ਸੋ ਇਹ ਆ ਜਿਹੜਾ ਨਾਟ ਟਰੂ, ਡੀ ਆਂਸਰ ਹੈ ਬੇਟਾ। ਨੈਕਸਟ ਵਨ, ਡੈਲਾ ਥਰੂ ਹਰ ਸੈਲਫ ਔਨ ਅ ਡਰਟੀ ਡੈਸ਼ ਐਂਡ ਕ੍ਰਾਈਡ। ਕਿਹੜੀ ਚੀਜ਼ 'ਤੇ ਉਹਨੇ ਆਪਣੇ ਆਪ ਨੂੰ ਗੰਦੀ ਜੀ 'ਤੇ ਸਿੱਟਿਆ? ਲਿਟਲ ਕਾਊਚ। ਇਸ ਦਾ ਆਂਸਰ ਹੈ ਸੀ। ਓਕੇ, ਨੈਕਸਟ ਵਨ, ਕੁਐਸਚਨ ਨੰਬਰ 6, ਮੈਡਮ ਸੋਫਰੀਨੀਓ। ਮੈਡਮ ਰੋਨੀਓ ਬਣਿਆ, ਸੌਰੀ, ਸੋਫਰੋਨੀਓ ਦਾ ਸ਼ੌਪ ਵਾਸ ਲੋਕੇਟਡ ਔਨ ਦਾ। ਇਹ ਜਿਹੜੀ ਮੈਡਮ ਸੋਫਰੋਨੀਓ ਦੀ ਦੁਕਾਨ ਸੀ, ਕਿੱਥੇ ਲੋਕੇਟਡ ਸੀ? ਸੈਕਿੰਡ ਫਲੋਰ ਦੇ ਉੱਤੇ। ਠੀਕ, ਸੋ ਇਸ ਦਾ ਆਂਸਰ ਹੈ ਆਪਸ਼ਨ ਸੀ। ਬਟ ਡਿਡ ਡੈਲਾ ਵੀਅਰ ਵੈਨ ਸ਼ੀ ਵੈਂਟ ਟੂ ਦਾ ਸਟਰੀਟ। ਜਦੋਂ ਡੈਲਾ ਸਟਰੀਟ ਦੇ ਵਿੱਚ ਗਈ ਉਹਨੇ ਕੀ ਪਹਿਨਿਆ ਹੋਇਆ ਸੀ? ਆਪਸ਼ਨਸ ਦੇਖੋ, ਓਲਡ ਬਰਾਊਨ ਜੈਕਟ, ਓਲਡ ਬਲੈਕ ਜੈਕਟ, ਓਲਡ ਬਰਾਊਨ ਹੈਟ। ਸੋ ਉਹਨੇ ਓਲਡ ਬਰਾਊਨ ਜੈਕਟ ਪਾਈ ਸੀ ਅਤੇ ਓਲਡ ਬਰਾਊਨ ਹੈਟ ਪਹਿਨਿਆ ਸੀ। ਸੋ ਆਂਸਰ ਕੀ ਹੋ ਗਿਆ? ਆਪਸ਼ਨ ਡੀ, ਜਿਹਦੇ 'ਚ ਲਿਖਿਆ ਬੋਥ ਏ ਐਂਡ ਸੀ। ਕੁਐਸਚਨ ਨੰਬਰ 8, ਇਟ ਵਾਜ਼ ਡੈਸ਼ ਵਾਚ ਚੇਨ ਸਿੰਪਲ ਬਟ ਵੈਲ ਮੇਡ। ਕਿਹੜੀ ਚੇਨ ਲਈ ਸੀ ਉਹਨੇ? ਪਲੈਟੀਨਮ ਦੀ ਲਈ ਸੀ। ਸੋ ਇਸ ਦਾ ਵੀ ਆਂਸਰ ਹੈ ਏ। ਡੈਲਾ ਵਾਂਟਡ ਟੂ ਬਾਏ ਅ ਡੈਸ਼ ਫॉर ਜਿਮ। ਕੀ ਖਰੀਦਣਾ ਚਾਹੁੰਦੀ ਸੀ ਜਿਮ ਲਈ? ਸਾਨੂੰ ਆਪਸ਼ਨਸ ਧਿਆਨ ਨਾਲ ਦੇਖਣੀਆਂ ਪੈਣਗੀਆਂ। ਓਵਰਕੋਟ, ਗੋਲਡ ਵਾਚ, ਗਲਵਸ, ਨਨ ਆਫ ਦੀਸ। ਇੱਥੇ ਕਿਤੇ ਵਾਚ ਚੇਨ ਦੀ ਗੱਲ ਨਹੀਂ ਹੋਈ, ਇਸ ਲਈ ਅਸੀਂ ਨਨ ਆਫ ਦੀਸ ਚੂਜ਼ ਕੀਤਾ। ਅਗਰ ਵਾਚ ਚੇਨ ਹੁੰਦਾ ਅਸੀਂ ਉਹਨੂੰ ਚੂਜ਼ ਕਰਦੇ ਬੇਟਾ। ਕੁਐਸਚਨ ਨੰਬਰ 10, ਵਾਟ ਵਾਜ਼ ਦਾ ਪ੍ਰਾਊਡ ਪੋਸੈਸ਼ਨ ਆਫ ਡੈਲਾ। ਡੈਲਾ ਕੋਲੇ ਕੀ ਚੀਜ਼ ਸੀ ਮਾਣ ਕਰਨ ਯੋਗ? ਉਹਦੇ ਲੰਬੇ ਹੇਅਰ। ਸੋ ਇਸ ਦਾ ਆਂਸਰ ਹੈ ਲੌਂਗ ਹੇਅਰ, ਆਪਸ਼ਨ ਸੀ। ਕੁਐਸਚਨ ਨੰਬਰ 11, ਹਾਊ ਮੱਚ ਮਨੀ ਹੈਡ ਡੈਲਾ ਸੇਵਡ। ਡੈਲਾ ਨੇ ਕਿੰਨੇ ਪੈਸੇ ਸੇਵ ਕੀਤੇ? $1.87। ਸੋ ਆਪਸ਼ਨ ਏ ਇਜ਼ ਕਰੈਕਟ ਆਂਸਰ। ਕੁਐਸਚਨ ਨੰਬਰ 12, ਵਟ ਕਾਈਂਡ ਆਫ ਲਵ ਇਜ਼ ਸ਼ੋਨ ਇਨ ਦਾ ਸਟੋਰੀ। ਕਹਾਣੀ ਦੇ ਵਿੱਚ ਕਿਸ ਤਰ੍ਹਾਂ ਦਾ ਲਵ ਦਰਸਾਇਆ ਗਿਆ ਗਾ? ਸੈਲਫਿਸ਼, ਯੂਜ਼ਲੈਸ, ਇਨੋਸੈਂਟ, ਡੀਪ ਐਂਡ ਟਰੂ ਲਵ। ਸੋ ਇਸ ਦਾ ਆਂਸਰ ਹੈ ਡੀਪ ਐਂਡ ਟਰੂ ਲਵ। ਕੁਐਸਚਨ ਨੰਬਰ 13, ਹਾਊ ਮੱਚ ਡਿਡ ਡੈਲਾ ਪੇ ਫॉर ਦਾ ਪ੍ਰੈਜ਼ੈਂਟ। ਜਿਹੜਾ ਤੋਹਫਾ ਡੈਲਾ ਨੇ ਖਰੀਦਿਆ ਉਹਦੇ ਲਈ ਉਹਨੇ ਕਿੰਨੇ ਪੈਸੇ ਪੇ ਕਰਨੇ ਪਏ? $21। ਠੀਕ ਹੈ, $21। ਨੈਕਸਟ ਵਨ, ਵਾਈ ਵਾਜ਼ ਡੈਲਾ ਕ੍ਰਾਈੰਗ। ਡੈਲਾ ਰੋ ਕਿਉਂ ਰਹੀ ਸੀ? ਕਹਾਣੀ ਸ਼ੁਰੂ ਹੀ ਇੱਥੋਂ ਹੁੰਦੀ ਹੈ, ਕਿਉਂਕਿ ਉਹਦੇ ਕੋਲ ਪੈਸੇ ਨਹੀਂ ਸੀ ਗਿਫਟ ਖਰੀਦਣ ਲਈ। ਸੋ ਇਸ ਦਾ ਆਂਸਰ ਹੈ ਡੀ, ਹੀ ਹੈਡ ਨੋ ਮਨੀ ਟੂ ਬਾਏ ਅ ਗਿਫਟ ਫॉर ਹਰ ਹਸਬੈਂਡ। ਕੁਐਸਚਨ ਨੰਬਰ 15, ਦਾ ਡੈਸ਼ ਜੰਗਸ ਟੁਕ ਪ੍ਰਾਈਡ ਇਨ ਟੂ ਪੋਸੈਸ਼ਨਸ। ਹੁਣ ਇੱਥੇ ਜੰਗਸ ਉਹਦਾ ਆਪਾਂ ਦਾ ਜਿਮ ਦਾ ਨਾਂ ਸ਼ਾਰਟ 'ਚ ਪੜ੍ਹਿਆ, ਪਰ ਉਹਦਾ ਫੁੱਲ ਨੇਮ ਇੱਥੇ ਲਿਖਿਆ ਹੋਇਆ ਬੇਟਾ। ਸੋ ਇਹਦਾ ਆਂਸਰ ਹੈਗਾ ਏ, ਆਪਸ਼ਨ ਏ, ਜੇਮਸ ਡਿਲਿੰਘਮ ਜੰਗਸ। ਠੀਕ, ਉਹਦਾ ਪੂਰਾ ਨਾਂ ਸੀ। ਨੈਕਸਟ ਵਨ ਹੈ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਸਹੀ ਕਿਹੜੀ ਆ? ਇਹ ਵੀ ਸਾਨੂੰ ਆਪਸ਼ਨਸ ਧਿਆਨ ਨਾਲ ਦੇਖਣੀਆਂ ਪੈਣਗੀਆਂ। ਜਿਮ ਲਵਡ ਡੈਲਾ ਮੋਰ ਦੈਨ ਸ਼ੀ ਲਵਡ ਹਿਮ। ਜਿੰਨਾ ਡੈਲਾ ਉਹਨੂੰ ਪਿਆਰ ਕਰਦੀ ਸੀ, ਜਿਮ ਕਹਿੰਦੇ ਉਸ ਤੋਂ ਉਸਨੂੰ ਜ਼ਿਆਦਾ ਪਿਆਰ ਕਰਦਾ ਸੀ। ਡੈਲਾ ਲਵਡ ਜਿਮ ਮੋਰ ਦੈਨ ਹੀ ਲਵਡ ਹਰ। ਹੁਣ ਇਹੀ ਗੱਲ ਡੈਲਾ ਲਈ ਕਹੀ ਗਈ ਆ। ਸੀ 'ਚ ਕੀ ਆ? ਬੋਥ ਦਾ ਗਿਫਟਸ ਪ੍ਰੂਵਡ ਦੇਅਰ ਟਰੂ ਲਵ ਫॉर ਈਚ ਅਦਰ। ਜਾਂ ਇਹ ਟਰੂ ਆ, ਜਿਹੜੇ ਦੋਨਾਂ ਨੇ ਇੱਕ ਦੂਜੇ ਨੂੰ ਗਿਫਟ ਦਿੱਤੇ ਉਹ ਇਹ ਗੱਲ ਪ੍ਰੂਵ ਕਰਦੇ ਸੀ ਕਿ ਦੋਨੇ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਆ। ਕੁਐਸਚਨ ਨੰਬਰ 17, ਡੈਲਾ ਸਪੈਂਟ ਡੈਸ਼ ਇਨ ਦਾ ਸਟੋਰਸ ਲੁਕਿੰਗ ਫॉर ਜਿਮਸ ਪ੍ਰੈਜ਼ੈਂਟਸ। ਜਿਹੜੇ ਸਟੋਰ 'ਤੇ ਡੈਲਾ ਗਿਫਟ ਖਰੀਦਣ ਗਈ ਸੀ, ਕਿੰਨਾ ਟਾਈਮ ਲਾਇਆ ਉਹਨੇ ਗਿਫਟ ਸਿਲੈਕਟ ਕਰਨ ਨੂੰ? ਕਿੰਨਾ ਟਾਈਮ ਸਪੈਂਡ ਕੀਤਾ? 2 ਆਵਰਸ, 2 ਘੰਟੇ। ਸੋ ਬੀ ਇਜ਼ ਦਾ ਕਰੈਕਟ ਆਂਸਰ। ਕੁਐਸਚਨ ਨੰਬਰ 18, ਐਟ ਡੈਸ਼ ਦਾ ਕਾਫੀ ਵਾਜ਼ ਮੇਡ ਐਂਡ ਐਵਰੀਥਿੰਗ ਅਰੇਂਜ ਟੂ ਗੈਟ ਡਿਨਰ ਰੈਡੀ। ਉਹ ਕੀ ਸੀ? 7 o'clock, ਐਟ ਦਾ 7 o'clock। ਠੀਕ, ਇਸ ਦਾ ਆਂਸਰ ਹੈ ਸੀ। ਕੁਐਸਚਨ ਨੰਬਰ 19, ਡੈਲਾ ਗ੍ਰੀਵ ਡੈਸ਼ ਵੈਨ ਸ਼ੀ ਥਾਟ ਕਾਮਲੀ ਅਬਾਊਟ ਵਟ ਸ਼ੀ ਹੈਡ ਡਨ। ਜਦੋਂ ਬਾਲ ਬੁਲ ਕਟਾ ਕੇ ਆ ਗਈ ਫਿਰ ਉਹ ਕੀ ਹੋ ਰਹੀ ਸੀ? ਵੀ ਹੁਣ ਨਰਵਸ ਹੋ ਰਹੀ ਸੀ ਸੋਚ ਕੇ ਵੀ ਜੋ ਉਹਨੇ ਕੀਤਾ ਉਹਦੇ 'ਤੇ। ਸੋ ਬੀ ਇਜ਼ ਦਾ ਕਰੈਕਟ ਆਂਸਰ। ਕੁਐਸਚਨ ਨੰਬਰ 20, ਹਾਊ ਓਲਡ ਵਾਜ਼ ਜਿਮ। ਜਿਮ ਕਿੰਨੇ ਸਾਲਾਂ ਦਾ ਸੀ? 22 years old। ਡੈਲਾ ਨੇ ਬਾਲ ਵੇਚੇ $20 ਦੇ, ਗਿਫਟ ਲਈ ਪੇ ਕੀਤੇ $21। ਜਿਮ ਕਿੰਨੇ ਸਾਲਾਂ ਦਾ ਸੀ? 22 ਦਾ। ਓਕੇ, ਨੈਕਸਟ ਵਨ,
ਵਾਟ ਡਿਡ ਡੈਲਾ ਬਾਏ ਫॉर ਜਿਮ, ਉਹਨੇ ਕੀ ਖਰੀਦਿਆ ਸੀ? ਆ ਪਲੈਟੀਨਮ ਵਾਚ ਚੇਨ। ਓਕੇ ਚਲੋ ਜੀ ਇਹ ਹੋ ਗਿਆ 21। ਨੈਕਸਟ ਵਨ 'ਤੇ ਆ ਜਾਓ ਜੀ, ਬਸ 2 ਰਹਿ ਗਏ ਆਪਣੇ। ਵਾਟ ਡਿਡ ਜਿਮ ਬਾਏ ਫॉर ਡੈਲਾ, ਡੈਲਾ ਕੁੜੀ ਸੀ, ਉਹਨੇ ਖਰੀਦਿਆ ਸੀ ਉਹਦੀ ਗੋਲਡ ਵਾਚ ਲਈ ਪਲੈਟੀਨਮ ਚੇਨ। ਜਿਹੜਾ ਜਿਮ ਸੀ ਮੁੰਡਾ ਸੀ, ਉਹਨੇ ਖਰੀਦਿਆ ਸੀ ਡੈਲਾ ਆਪਣੀ ਵਾਈਫ ਲਈ ਉਹਦੇ ਲੰਬੇ ਵਾਲਾਂ ਲਈ ਕੰਘੀਆਂ ਦਾ ਜੋੜਾ। ਸੋ ਇਹਦਾ ਆਨਸਰ ਹੈ ਬੀ, ਅ ਸੈਟ ਆਫ ਕੌਮਸ। ਓਕੇ ਨੈਕਸਟ ਵਨ, ਗਿਵ ਇਟ ਟੂ ਮੀ ਕੁਇਕਲੀ, ਹੂ ਸੈਡ ਦੀਸ ਵਰਡਸ, ਇਹ ਸ਼ਬਦ ਕਿਹਨੇ ਕਹੇ? ਇਹ ਡੈਲਾ ਨੇ ਕਹੇ ਸੀ। ਸੋ ਇਸ ਦਾ ਆਨਸਰ ਵੀ ਬੀ ਹੈ ਬੇਟਾ। ਸੋ ਇਸ ਦੇ ਨਾਲ ਹੀ ਸਾਡੀ ਮੇਨ ਕੋਰਸ ਬੁੱਕ ਦੇ 4 ਲੈਸਨ ਕੰਪਲੀਟ। ਬਾਕੀ ਦੇ ਵੀ ਸਾਰੇ ਅਪਲੋਡ ਕੀਤੇ ਜਾ ਚੁੱਕੇ ਨੇ, ਇੱਕ ਵਾਰ ਜ਼ਰੂਰ ਉਹਨਾਂ ਨੂੰ ਸੁਣ ਲਓ ਧਿਆਨ ਨਾਲ, ਤਾਂ ਕਿ ਕੋਈ ਵੀ ਕੁਐਸਚਨ ਆਵੇ ਤੁਹਾਡਾ ਮਿਸ ਨਾ ਹੋਵੇ। ਅਤੇ ਮਿਲਦੇ ਹਾਂ ਆਪਾਂ ਹੁਣ ਗ੍ਰਾਮਰ ਪਾਰਟ ਨਾਲ। ਬਾਏ ਬਾਏ।